ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਜਦੋਂ ਮੈਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਖਜ਼ਾਨਾ ਖੋਲ ਕੇ ਦੇਖਿਆ ਜੀ, ਤਾਂ ਮੇਰੇ ਮਨ ਭਿਆ ਨਿਧਾਨਾ। ਤਦੋਂ ਮੇਰੇ ਮਨ ਵਿੱਚ ਆਤਮਿਕ ਆਨੰਦ ਦਾ ਭੰਡਾਰ ਭਰਿਆ ਗਿਆ ਜੀ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਸ ਖਜ਼ਾਨੇ ਵਿੱਚ ਪਰਮਾਤਮਾ ਜੀ ਦੀ ਸਿਫਤ ਸਲਾਹ ਦੇ ਅਮੋਲਕ ਰਤਨਾਂ ਤੇ ਲਾਲਾਂ ਦੇ ਭੰਡਾਰ ਭਰੇ ਹੋਏ ਹਨ। ਮੈਂ ਦੇਖੇ ਜਿਹੜੇ ਕਦੀ ਮੁੱਕ ਨਹੀਂ ਸਕਦੇ, ਜਿਹੜੇ ਤੋਲੇ ਨਹੀਂ ਜਾ ਸਕਦੇ ਜੀ। ਖਾਵਹਿ ਖਰਚਹਿ ਰਲ ਮਿਲ ਭਾਈ। ਜਿਹੜੇ ਮਨੁੱਖ ਸਤ ਸੰਗ ਵਿੱਚ ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਵੀ ਵੰਡਦੇ ਹਨ ਜੀ। ਟੋਟ ਨਾ ਆਵੈ ਬਦ ਦੋ ਜਾਈ। ਉਹਨਾਂ ਦੇ ਪਾਸ ਇਸ ਖਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਵੱਧਦਾ ਹੈ ਜੀ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਪਰ ਹੇ ਨਾਨਕ, ਜਿਸ ਮਨੁੱਖ ਦੇ ਮੱਥੇ ਉੱਤੇ ਪਰਮਾਤਮਾ ਜੀ ਦੀ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ ਜੀ, ਸੋ ਏਤ ਖਜ਼ਾਨਾ ਲਿਆ ਰਲਾਏ। ਉਹੀ ਇਸ ਸਿਫਤ ਸਲਾਹ ਦੇ ਖਜ਼ਾਨੇ ਵਿੱਚ ਸਾਂਝੀਵਾਲ ਬਣਾਇਆ ਜਾਂਦਾ ਹੈ। ਭਾਵ ਉਹੀ ਸਾਧ ਸੰਗਤ ਵਿੱਚ ਆ ਕੇ ਸਿਫਤ ਸਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਡਰ ਡਰ ਮਰਤੇ ਜਬ ਜਾਨੀਐ ਦੂਰ। ਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਜੀ ਕਿਤੇ ਦੂਰ ਵਸਦਾ ਹੈ, ਉਤਨਾ ਚਿਰ ਦੁਨੀਆ ਦੇ ਦੁੱਖ ਰੋਗ ਫਿਕਰਾਂ ਤੋਂ ਸਹਿਮ ਕੇ ਆਤਮਿਕ ਮੋਤੇ ਮਰਦੇ ਰਹਿੰਦੇ ਹਾਂ ਜੀ। ਡਰ ਚੁੱਕਾ ਦੇਖਿਆ ਭਰਪੂਰ। ਜਦੋਂ ਉਸ ਨੂੰ ਸਾਰੇ ਸੰਸਾਰ ਵਿੱਚ ਜਰੇ ਵਿੱਚ ਵਿਆਪਕ ਦੇਖ ਲਿਆ, ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ ਡਰ ਮੁੱਕ ਗਿਆ ਜੀ। ਸਤਿਗੁਰ ਆਪਣੇ ਕਉ ਬਲਿਹਾਰੈ। ਮੈਂ ਆਪਣੇ ਗੁਰੂ ਜੀ ਤੋਂ ਕੁਰਬਾਨ ਜਾਂਦਾ ਹਾਂ ਜੀ। ਛੋੜ ਨਾ ਜਾਈ ਸਰ ਪਰ ਤਾਰੈ ਰਹਾਉ। ਉਹ ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿੱਚ ਸਾਨੂੰ ਡੁੱਬਦਿਆਂ ਨੂੰ ਛੱਡ ਕੇ ਨਹੀਂ ਜਾਂਦਾ। ਉਹ ਇਸ ਸਮੁੰਦਰ ਵਿੱਚੋਂ ਜ਼ਰੂਰ ਪਾਰ ਲੰਘਾਉਂਦਾ ਹੈ ਜੀ। ਦੁਖ ਰੋਗ ਸੋਗ ਬਿਸਰੇ ਜਬ ਨਾਮ। ਦੁਨੀਆ ਦਾ ਦੁੱਖ ਰੋਗ ਫਿਕਰ ਤਦੋਂ ਹੀ ਵਿਆਪਦਾ ਹੈ ਜਦੋਂ ਪਰਮਾਤਮਾ ਜੀ ਦਾ ਨਾਮ ਭੁੱਲ ਜਾਂਦਾ ਹੈ ਜੀ। ਸਦਾ ਆਨੰਦ ਜਾਂ ਹਰ ਗੁਣ ਗਾਮ। ਜਦੋਂ ਪਰਮਾਤਮਾ ਜੀ ਦੀ ਸਿਫਤ ਸਲਾਹ ਦੇ ਗੀਤ ਗਾਵੀਏ, ਤਦੋਂ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਜੀ। ਬੁਰਾ ਭਲਾ ਕੋਈ ਨਾ ਕਹੀਜੈ। ਨਾ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ, ਨਾ ਕਿਸੇ ਦੀ ਖੁਸ਼ਾਮਤ ਜੀ। ਛੋੜ ਮਾਨ ਹਰ ਚਰਨ ਗਹੀਜੈ। ਦੁਨੀਆ ਦਾ ਮਾਣ ਤਿਆਗ ਕੇ ਪਰਮਾਤਮਾ ਜੀ ਦੇ ਚਰਨ ਹਿਰਦੇ ਵਿੱਚ ਟਿਕਾ ਲੈਣੇ ਚਾਹੀਦੇ ਹਨ ਜੀ। ਕਹੋ ਨਾਨਕ ਗੁਰ ਮੰਤਰ ਚਿਤਾਰ। ਹੇ ਨਾਨਕ, ਗੁਰੂ ਜੀ ਦਾ ਉਪਦੇਸ਼ ਆਪਣੇ ਚਿੱਤ ਵਿੱਚ ਪਰੋ ਰੱਖ ਜੀ। ਸੁਖ ਪਾਵਹਿ ਸਾਚੈ ਦਰਬਾਰ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਜੀ ਦੀ ਦਰਗਾਹ ਵਿੱਚ ਆਨੰਦ ਮਾਣੇਗਾ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਜਾਂ ਕਾ ਮੀਤ ਸਾਜਨ ਹੈ ਸਮੀਆਂ। ਜਿਸ ਮਨੁੱਖ ਦਾ ਇਹ ਯਕੀਨ ਬਣ ਜਾਏ ਕਿ ਉਸ ਦਾ ਸੱਜਣ ਪ੍ਰਭੂ ਮਿੱਤਰ ਪ੍ਰਭੂ ਜੀ ਹਰ ਥਾਂ ਵਿਆਪਕ ਹੈ ਜੀ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਦੱਸ ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ ਜੀ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ। ਜਿਸ ਮਨੁੱਖ ਦਾ ਪਿਆਰ ਪਰਮਾਤਮਾ ਜੀ ਨਾਲ ਬਣ ਜਾਂਦਾ ਹੈ ਜੀ। ਦੁੱਖ ਦਰਦ ਭ੍ਰਮਤਾਂ ਕਾ ਭਾਗੀ ਰਹਾਉ। ਉਸਦਾ ਹਰੇਕ ਦੁੱਖ, ਹਰੇਕ ਦਰਦ, ਹਰੇਕ ਭਰਮ ਵਹਿਮ ਦੂਰ ਹੋ ਜਾਂਦਾ ਹੈ ਜੀ। ਜਾਂ ਕੋ ਰਸ ਹਰ ਰਸ ਹੈ ਆਇਓ। ਜਿਸ ਮਨੁੱਖ ਨੂੰ ਪਰਮਾਤਮਾ ਜੀ ਦੇ ਨਾਮ ਦਾ ਆਨੰਦ ਆ ਜਾਂਦਾ ਹੈ ਜੀ। ਸੋ ਅਨ ਰਸ ਨਾਹੀ ਲਪਟਾਇਓ। ਉਹ ਦੁਨੀਆ ਦੇ ਹੋਰ ਪਦਾਰਥਾਂ ਦੇ ਸਵਾਦਾਂ ਨਾਲ ਨਹੀਂ ਚੰਬੜਦਾ ਜੀ। ਜਾਂ ਕਾ ਕਹਿਆ
ਦਰਗਾਹ ਚੱਲੇ। ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਜੀ ਦੀ ਹਜ਼ੂਰੀ ਵਿੱਚ ਮੰਨਿਆ ਜਾਂਦਾ ਹੈ ਜੀ, ਸੋ ਕਿਸ ਕੋ ਨਦਰ ਲੈ ਆਵੇ ਤੱਲੇ, ਉਸ ਨੂੰ ਕਿਸੇ ਹੋਰ ਦੀ ਮੁਹਤਾਜੀ ਨਹੀਂ ਰਹਿ ਜਾਂਦੀ ਜੀ। ਜਾਂ ਕਾ ਸਭ ਕਿਛ ਤਾਂ ਕਾ ਹੋਏ। ਜਿਸ ਪਰਮਾਤਮਾ ਜੀ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਜਿਹੜਾ ਮਨੁੱਖ ਉਸ ਪਰਮਾਤਮਾ ਜੀ ਦਾ ਸੇਵਕ ਬਣ ਜਾਂਦਾ ਹੈ ਜੀ, ਨਾਨਕ ਤਾਂ ਕਉ ਸਦਾ ਸੁਖ ਹੋਏ। ਹੇ ਨਾਨਕ, ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਜਾਂ ਕੈ ਦੁੱਖ ਸੁਖ ਸਮ ਕਰ ਜਾਪੈ। ਪ੍ਰਭੂ ਜੀ ਦੀ ਰਜਾ ਵਿੱਚ ਤੁਰਨ ਦੇ ਕਾਰਨ ਜਿਸ ਮਨੁੱਖ ਦੇ ਹਿਰਦੇ ਵਿੱਚ ਹਰੇਕ ਦੁੱਖ ਸੁੱਖ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ ਜੀ, ਤਾਂ ਕਉ ਕਾੜਾ ਕਹਾਂ ਵਿਆਪੈ। ਉਸ ਨੂੰ ਕੋਈ ਚਿੰਤਾ ਫਿਕਰ ਕਦੇ ਦਵਾ ਨਹੀਂ ਪਾ ਸਕਦਾ ਜੀ। ਸਹਿਜ ਆਨੰਦ ਹਰ ਸਾਧੂ ਮਾਹੀ। ਪਰਮਾਤਮਾ ਜੀ ਦੇ ਭਗਤ ਦੇ ਹਿਰਦੇ ਵਿੱਚ ਸਦਾ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸਦਾ ਆਨੰਦ ਬਣਿਆ ਰਹਿੰਦਾ ਹੈ ਜੀ। ਆਗਿਆਕਾਰੀ ਹਰ ਹਰ ਰਾਏ ਰਹਾਉ। ਹਰੀ ਜੀ ਦਾ ਜੋ ਪਰਮਾਤਮਾ ਜੀ ਦਾ ਭਗਤ ਹੈ, ਉਹ ਪ੍ਰਭੂ ਜੀ ਦੀ ਆਗਿਆ ਵਿੱਚ ਹੀ ਤੁਰਦਾ ਹੈ ਜੀ। ਜਾਂ ਕੈ ਅਚਿੰਤ ਬਸੇ ਮਨ ਆਏ। ਚਿੰਤਾ ਰਹਿਤ ਪਰਮਾਤਮਾ ਜੀ ਜਿਸ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਜੀ, ਤਾਂ ਕਉ ਚਿੰਤਾ ਕਤਹੂ ਨਾਹੀ। ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪਾਉਂਦੀ ਜੀ। ਜਾਂ ਕੈ ਬਿਨਸਿਓ ਮਨ ਤੇ ਭਰਮਾ। ਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ ਜੀ, ਤਾਂ ਕੈ ਕਛੂ ਨਹੀਂ ਡਰ ਜਮਾ। ਉਹਦੇ ਮਨ ਵਿੱਚ ਮੌਤ ਦਾ ਡਰ ਵੀ ਨਹੀਂ ਰਹਿ ਜਾਂਦਾ ਜੀ। ਜਾਂ ਕੈ ਹਿਰਦੈ ਦਿਓ ਗੁਰਨਾਮਾ। ਹੇ ਨਾਨਕ, ਗੁਰੂ ਜੀ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਜੀ ਦਾ ਨਾਮ ਟਿਕਾ ਦਿੱਤਾ ਹੈ ਜੀ, ਕਹੋ ਨਾਨਕ ਤਾਂ ਕੈ ਸਗਲ ਨਿਧਾਨਾ। ਉਹਦੇ ਅੰਦਰ ਮਾਨੋ ਸਾਰੇ ਖਜ਼ਾਨੇ ਆ ਜਾਂਦੇ ਹਨ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਹੈ ਜੀ। ਅਗੰਮ ਰੂਪ ਕਾ ਮਨ ਮਹਿ ਥਾਨਾ। ਜਿਸ ਮਨ ਵਿੱਚ ਸਿਫਤ ਸਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ, ਉਸ ਮਨ ਵਿੱਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਜੀ ਦਾ ਨਿਵਾਸ ਹੋ ਜਾਂਦਾ ਹੈ ਜੀ। ਗੁਰ ਪ੍ਰਸਾਦ ਕਿਨੇ ਬਿਰਲੇ ਜਾਨਾ। ਪਰ ਕਿਸੇ ਬਿਰਲੇ ਮਨੁੱਖ ਨੇ ਗੁਰੂ ਜੀ ਦੀ ਕਿਰਪਾ ਨਾਲ ਇਹ ਭੇਤ ਸਮਝਿਆ ਹੈ ਜੀ। ਸਹਿਜ ਕਥਾ ਕਿ ਅੰਮ੍ਰਿਤ ਕੁੰਟਾ। ਆਤਮਕ ਡੋਲਤਾ ਤੇ ਸਿਫਤ ਸਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ ਜੀ। ਜਿਸੇ ਪ੍ਰਾਪਤ ਤਿਸ ਲੈ ਪਹੁੰਚਾ ਰਹਾਉ। ਗੁਰੂ ਜੀ ਦੀ ਕਿਰਪਾ ਨਾਲ ਉਹ ਮਨੁੱਖ ਮਾਣਦਾ ਹੈ ਜਿਸ ਮਨੁੱਖ ਦੇ ਭਾਗਾਂ ਵਿੱਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ਜੀ। ਅਨਹਤ ਬਾਣੀ ਥਾਨ ਨਿਰਾਲਾ। ਜਿੱਥੇ ਸਿਫਤ ਸਲਾਹ ਤੇ ਆਤਮਕ ਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ, ਉਹ ਹਿਰਦਾ ਥਾਂ ਇੱਕ ਰਸ ਸਿਫਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਅਨੋਖਾ ਸੁੰਦਰ ਹੋ ਜਾਂਦਾ ਹੈ ਜੀ। ਤਾਂ ਕਿ ਧੁਨ ਮੋਹੇ ਗੋਪਾਲਾ। ਉਹਦੀ ਜੁੜੀ ਸੁਰਤ ਉੱਤੇ ਪਰਮਾਤਮਾ ਵੀ ਮੋਹਿਆ ਜਾਂਦਾ ਹੈ ਜੀ। ਤੈ ਸਹਿਜ ਅਖਾਰੇ ਅਨੇਕ ਅਨੰਤਾ। ਜਿੱਥੇ ਸਿਫਤ ਸਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ, ਉੱਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ ਹਨ ਜੀ। ਪਾਰ ਬ੍ਰਹਮ ਕੇ ਸੰਗੀ ਸੰਤਾ। ਉਸ ਆਤਮਕ ਅਵਸਥਾ ਵਿੱਚ ਟਿਕੇ ਹੋਏ ਸੰਤ ਜਨ ਪਰਮਾਤਮਾ ਜੀ ਦੇ ਚਰਨਾਂ ਵਿੱਚ ਜੁੜ ਕੇ ਰਚੀ ਰੱਖਦੇ ਹਨ ਜੀ। ਹਰਖ ਅਨੰਤ ਸੋਗ ਨਹੀਂ ਬੀਆ। ਉਸ ਅਵਸਥਾ ਵਿੱਚ ਬੇਅੰਤ ਖੁਸ਼ੀ ਹੀ ਖੁਸ਼ੀ ਬਣੀ ਰਹਿੰਦੀ ਹੈ। ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ ਫਿਕਰ ਨਹੀਂ ਪਾਉਂਦਾ ਜੀ। ਸੋ ਘਰ ਗੁਰੂ ਨਾਨਕ ਕਉ ਦੀਆ। ਗੁਰੂ ਜੀ ਨੇ ਉਹ ਆਤਮਿਕ ਟਿਕਾਣਾ ਮੈਨੂੰ ਨਾਨਕ ਨੂੰ ਵੀ ਬਖਸ਼ਿਆ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਅੱਗੇ ਆਪਣੀ ਬਾਣੀ ਦੀ ਬਖਸ਼ਿਸ਼ ਕਰ ਰਹੇ ਨੇ ਜੀ। ਕਵਨ ਰੂਪ ਤੇਰਾ ਆਰਾਧੂ। ਹੇ ਪ੍ਰਭੂ ਜੀ, ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਵੀ ਖਾਸ ਰੂਪ ਨਹੀਂ।
ਮੈਂ ਨਹੀਂ ਜਾਣਦਾ ਕਿ ਤੇਰਾ ਉਹ ਕਿਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ ਜੀ। ਕਬਨ ਜੋਗ ਕਾਇਆ ਲੈ ਸਾਧੋ, ਹੇ ਪ੍ਰਭੂ ਜੀ ਮੈਨੂੰ ਸਮਝ ਨਹੀਂ ਕਿ ਯੋਗ ਦਾ ਉਹ ਕਿਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਬਸ ਵਿੱਚ ਲਿਆਵਾਂ ਤੇ ਤੈਨੂੰ ਪ੍ਰਸੰਨ ਕਰਾਂ ਜੀ। ਕਵਨ ਗੁਣ ਜੋ ਤੁਝ ਲੈ ਗਾਵੋਂ, ਹੇ ਪਾਰ ਬ੍ਰਹਮ ਪ੍ਰਭੂ ਜੀ ਤੇਰੇ ਬੇਅੰਤ ਗੁਣ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੇਰਾ ਕਿਹੜਾ ਗੁਣ ਲੈ ਕੇ ਤੇਰੀ ਸਿਫਤ ਸਲਾਹ ਕਰਾਂ ਜੀ। ਕਵਨ ਬੋਲ ਪਾਰ ਬ੍ਰਹਮ ਰਿਝਾਵੋਂ ਰਹਾਓ, ਤੇ ਕਿਹੜੇ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ ਜੀ। ਕਵਨ ਸੋ ਪੂਜਾ ਤੇਰੀ ਕਰੂੰ, ਹੇ ਪਾਰ ਬ੍ਰਹਮ ਜੀ ਮੈਂ ਤੇਰੀ ਕਿਹੜੀ ਪੂਜਾ ਕਰਾਂ ਜਿਸ ਨਾਲ ਤੂੰ ਪ੍ਰਸੰਨ ਹੋ ਸਕੇ ਜੀ। ਕਵਨ ਸੋ ਬਿਦ ਜਿਤ ਭਵ ਜਲ ਤਰੂੰ, ਹੇ ਪ੍ਰਭੂ ਜੀ ਮੈਂ ਕਿਹੜਾ ਤਰੀਕਾ ਹੈ ਜਿਸ ਦੀ ਰਾਹੀਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂ ਜੀ। ਕਵਨ ਤਪ ਜਿਤ ਤਪਿਆ ਹੋਏ, ਉਹ ਕਿਹੜਾ ਤਪ ਸਾਧਨ ਹੈ ਜਿਸ ਨਾਲ ਮਨੁੱਖ ਕਾਮਯਾਬ ਤਪਸਵੀ ਅਖਵਾ ਸਕਦਾ ਹੈ ਤੇ ਮੈਨੂੰ ਖੁਸ਼ ਕਰ ਸਕਦਾ ਹੈ ਜੀ। ਕਵਨ ਸੋ ਨਾਮ ਹਉਮੈ ਮਲ ਖੋਏ, ਉਹ ਕਿਹੜਾ ਨਾਮ ਹੈ ਜਿਸ ਦਾ ਜਾਪ ਕਰਕੇ ਮਨੁੱਖ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਸਕਦਾ ਹੈ ਜੀ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਹੇ ਨਾਨਕ ਮਨੁੱਖ ਨਿਰੇ ਆਪਣੇ ਉਦਮ ਦੇ ਆਸਰੇ ਪ੍ਰਭੂ ਜੀ ਨੂੰ ਪ੍ਰਸੰਨ ਨਹੀਂ ਕਰ ਸਕਦਾ। ਉਸੇ ਮਨੁੱਖ ਦੇ ਗਾਏ ਹੋਏ ਗੁਣ, ਕੀਤੀ ਹੋਈ ਪੂਜਾ, ਗਿਆਨ ਤੇ ਜੋੜੀ ਹੋਈ ਸੁਰਤ ਆਦਿਕ ਦੀ ਸਾਰੀ ਮਿਹਨਤ ਸਫਲ ਹੁੰਦੀ ਹੈ ਜੀ। ਅੱਗੇ ਹੁਣ ਬਖਸ਼ਿਸ਼ ਕਰਦੇ ਨੇ ਜੀ। ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ, ਜਿਸ ਉੱਤੇ ਦਿਆਲ ਹੋ ਕੇ ਕਿਰਪਾ ਕਰਕੇ ਗੁਰੂ ਮਿਲਦਾ ਹੈ ਜੀ। ਤਿਸੀ ਗੁਣ ਤਿਨ ਹੀ ਪ੍ਰਭ ਜਾਤਾ, ਉਸੇ ਦੀ ਹੀ ਕੀਤੀ ਹੋਈ ਸਿਫਤ ਸਲਾਹ ਪ੍ਰਵਾਨ ਹੈ, ਉਸੇ ਨੇ ਹੀ ਪ੍ਰਭੂ ਨਾਲ ਜਾਣ ਪਛਾਣ ਪਾਈ ਹੈ ਜੀ। ਜਿਸ ਕੀ ਮਾਨ ਲੈ ਸੁਖ ਦਾਤਾ ਰਹਾਉ ਦੂਜਾ, ਜਿਸ ਨੂੰ ਗੁਰੂ ਮਿਲਿਆ ਹੈ ਤੇ ਜਿਸ ਦੀ ਅਰਦਾਸ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਹੁਣ ਅੱਗੇ ਫੇਰ ਇਹ ਬਾਣੀ ਬਖਸ਼ਿਸ਼ ਹੋ ਰਹੀ ਹੈ ਜੀ। ਆਪਨ ਤਨ ਨਹੀਂ ਜਾਂ ਕੋ ਗਰਵਾ, ਇਹ ਸਰੀਰ ਜਿਸ ਦਾ ਤੂੰ ਮਾਣ ਕਰਦਾ ਹੈ ਸਦਾ ਲਈ ਆਪਣਾ ਨਹੀਂ ਹੈ ਜੀ। ਰਾਜ ਮਿਲਖ ਨਹੀਂ ਆਪਨ ਦਰਵਾ, ਰਾਜ ਭੋਏ ਧਨ ਇਹ ਵੀ ਸਦਾ ਲਈ ਆਪਣੇ ਨਹੀਂ ਹਨ ਜੀ। ਆਪਨ ਨਹੀਂ ਕਾਂ ਕੋ ਲਪਟਾਇਓ, ਤੂੰ ਕਿਸ ਕਿਸ ਨਾਲ ਮੋਹ ਕਰ ਰਿਹਾ ਹੈ, ਇਹਨਾਂ ਵਿੱਚੋਂ ਕੋਈ ਵੀ ਸਦਾ ਲਈ ਤੇਰਾ ਆਪਣਾ ਨਹੀਂ ਹੈ ਜੀ। ਆਪਨ ਨਾਮ ਸਤਿਗੁਰ ਤੇ ਪਾਇਓ ਰਹਾਓ, ਸਦਾ ਲਈ ਆਪਣਾ ਬਣੇ ਰਹਿਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ ਜੋ ਗੁਰੂ ਪਾਸੋਂ ਮਿਲਦਾ ਹੈ ਜੀ। ਸੁਤ ਬੰਤਾ ਆਪਨ ਨਹੀਂ ਭਾਈ, ਪੁੱਤਰ ਇਸਤਰੀ ਭਰਾ ਇਹਨਾਂ ਵਿੱਚੋਂ ਕੋਈ ਆਪਣਾ ਨਹੀਂ ਹੈ ਜੀ। ਇਸ਼ਟ ਮੀਤ ਆਪ ਬਾਪ ਨਾ ਮਾਈ, ਪਿਆਰੇ ਮਿੱਤਰ ਪਿਓ ਮਾਂ ਇਹਨਾਂ ਵਿੱਚੋਂ ਕੋਈ ਵੀ ਕਿਸੇ ਦਾ ਸਦਾ ਲਈ ਆਪਣਾ ਨਹੀਂ ਹੈ ਜੀ। ਸੋਨਾ ਰੂਪਾ ਫੁਨ ਨਹੀਂ ਦਾਮ, ਸੋਨਾ ਚਾਂਦੀ ਤੇ ਦੌਲਤ ਵੀ ਸਦਾ ਲਈ ਆਪਣੇ ਨਹੀਂ ਹਨ ਜੀ। ਹੈਬਰ ਗੈਬਰ ਆਪਨ ਨਹੀਂ ਕਾਮ, ਵਧੀਆ ਘੋੜੇ ਵਧੀਆ ਹਾਥੀ ਇਹ ਵੀ ਸਦਾ ਲਈ ਆਪਣੇ ਕੰਮ ਨਹੀਂ ਆ ਸਕਦੇ ਜੀ। ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ, ਹੇ ਨਾਨਕ ਜਿਸ ਮਨੁੱਖ ਨੂੰ ਬਖਸ਼ਿਸ਼ ਕਰਕੇ ਗੁਰੂ ਜੀ ਨੇ ਪ੍ਰਭੂ ਜੀ ਨਾਲ ਮਿਲਾ ਦਿੱਤਾ ਹੈ ਜੀ। ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ, ਜਿਸ ਮਨੁੱਖ ਦਾ ਸਦਾ ਦਾ ਸਾਥੀ ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ, ਭਾਵ ਉਸ ਨੂੰ ਸਾਰਾ ਜਗਤ ਆਪਣਾ ਦਿਸਦਾ ਹੈ। ਉਸ ਨੂੰ ਦੁਨੀਆ ਦੇ ਸਾਗ ਸੈਣ ਦਾ, ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ ਜੀ। ਗੌੜੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਗੁਰੂ ਜੀ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਹੋਏ ਹਨ ਜੀ। ਤਾਂ ਤੇ ਦੁੱਖ ਮੇਰੇ ਸਗਲੇ ਲਾਥੇ, ਉਹਨਾਂ ਦੀ ਬਰਕਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਜੀ। ਸਤਿਗੁਰ ਆਪਣੇ ਕਉ ਕੁਰਬਾਨੀ, ਮੈਂ ਆਪਣੇ ਗੁਰੂ ਜੀ ਤੋਂ ਸਦਕੇ ਜਾਂਦਾ ਹਾਂ ਜੀ। ਆਤਮ ਚੀਨ ਪਰਮ ਰੰਗ ਮਾਨੀ ਰਹਾਓ,
ਗੁਰੂ ਜੀ ਦੀ ਕਿਰਪਾ ਨਾਲ ਮੈਂ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਨੰਦ ਮਾਣ ਰਿਹਾ ਹਾਂ ਜੀ। ਚਰਨ ਰੇਣ ਗੁਰ ਕੀ ਮੁਖ ਲਾਗੀ, ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਜੀ ਦੇ ਚਰਨਾਂ ਦੀ ਧੂੜ ਲੱਗ ਗਈ ਹੈ ਜੀ। ਅਹੰ ਬੁੱਧ ਤਿੰਨ ਸਗਲ ਤਿਆਗੀ, ਉਸਨੇ ਆਪਣੀ ਸਾਰੀ ਹਉਮੈ ਪੈਦਾ ਕਰਨ ਵਾਲੀ ਬੁੱਧੀ ਤਿਆਗ ਦਿੱਤੀ ਹੈ ਜੀ। ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਗੁਰੂ ਜੀ ਦਾ ਸ਼ਬਦ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਜੀ। ਪਾਰ ਬ੍ਰਹਮ ਤਾਂ ਤੇ ਮੋਹੇ ਡੀਠਾ, ਉਸਦੀ ਬਰਕਤ ਨਾਲ ਮੈਂ ਪਰਮਾਤਮਾ ਜੀ ਦਾ ਦਰਸ਼ਨ ਕਰ ਰਿਹਾ ਹਾਂ ਜੀ। ਗੁਰ ਸੁਖ ਦਾਤਾ ਗੁਰ ਕਰਤਾਰ, ਹੇ ਨਾਨਕ ਮੇਰੇ ਵਾਸਤੇ ਗੁਰੂ ਹੀ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ। ਗੁਰੂ ਕਰਤਾਰ ਜੀ ਦਾ ਰੂਪ ਹੈ ਜੀ। ਜੀ ਪ੍ਰਾਣ ਨਾਨਕ ਗੁਰ ਆਧਾਰ, ਗੁਰੂ ਜੀ ਹੀ ਮੇਰੀ ਜਿੰਦ ਦਾ ਸਹਾਰਾ ਹੈ। ਗੁਰੂ ਜੀ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਦੀ ਵਿਚਾਰ ਹੋ ਰਹੀ ਹੈ ਜੀ। ਰੇ ਮਨ ਮੇਰੇ ਤੂੰ ਤਾਂ ਕੋ ਆਹੇ, ਜਾਂ ਕੈ ਊਣਾ ਕਛੂ ਨਾਹੇ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਜੀ ਨੂੰ ਮਿਲਣ ਦੀ ਤੰਗ ਕਰ ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੈ ਜੀ। ਹਰਸਾ ਪ੍ਰੀਤਮ ਕਰ ਮਨ ਮੀਤ, ਹੇ ਮੇਰੇ ਮਿੱਤਰ ਮਨ, ਪਰਮਾਤਮਾ ਜੀ ਵਰਗਾ ਪ੍ਰੀਤਮ ਬਣਾ ਜੀ। ਪ੍ਰਾਨ ਆਧਾਰ ਰੱਖੋ ਸਦ ਚੀਤ ਰਹਾਓ, ਉਸ ਪ੍ਰੀਤਮ ਜੀ ਨੂੰ, ਪ੍ਰਾਣਾਂ ਦੇ ਆਸਰੇ ਪ੍ਰੀਤਮ ਜੀ ਨੂੰ ਸਦਾ ਆਪਣੇ ਚਿੱਤ ਵਿੱਚ ਪ੍ਰੋ ਰੱਖ ਜੀ। ਰੇ ਮਨ ਮੇਰੇ ਤੂੰ ਤਾਂ ਕੋ ਸੇਵ, ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਜੀ ਦੀ ਸੇਵਾ ਭਗਤੀ ਕਰ ਜੀ। ਆਦਿ ਪੁਰਖ ਅਪਰੰਪਰ ਦੇਵ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਵਿੱਚ ਵਿਆਪਕ ਹੈ, ਜੋ ਪਰੇ ਤੋਂ ਪਰੇ ਹੈ, ਬੇਅੰਤ ਹੈ ਤੇ ਜੋ ਪ੍ਰਕਾਸ਼ ਰੂਪ ਹੈ ਜੀ। ਤਿਸ ਉਪਰ ਮਨ ਕਰ ਤੂੰ ਆਸਾ, ਹੇ ਮੇਰੇ ਮਨ, ਉਸ ਪਰਮਾਤਮਾ ਜੀ ਉੱਤੇ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ ਆਸ ਰੱਖ ਜੀ। ਆਦਿ ਜੁਗਾਦ ਜਾਂ ਕਾ ਪਰਵਾਸਾ, ਜਿਸ ਦੀ ਸਹਾਇਤਾ ਦਾ ਭਰੋਸਾ ਸਦਾ ਤੋਂ ਹੀ ਸਭ ਜੀਵਾਂ ਨੂੰ ਹੈ ਜੀ। ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਜਿਸ ਪਰਮਾਤਮਾ ਜੀ ਨਾਲ ਪ੍ਰੀਤ ਕਰਨ ਦੀ ਬਰਕਤ ਨਾਲ ਸਦਾ ਆਤਮਿਕ ਆਨੰਦ ਮਿਲਦਾ ਹੈ ਜੀ। ਨਾਨਕ ਗਾਵੇ ਗੁਰ ਮਿਲ ਸੋਏ, ਨਾਨਕ ਆਪਣੇ ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਉਂਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਮੀਤ ਕਰੇ ਸੋਈ ਹਮ ਮਾਨਾ, ਮੇਰਾ ਮਿੱਤਰ ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ ਸਿਰ ਮੱਥੇ ਉੱਤੇ ਮੰਨਦਾ ਹਾਂ ਜੀ। ਮੀਤ ਕੇ ਕਰਤਵ ਕੁਸ਼ਲ ਸਮਾਨਾ, ਮਿੱਤਰ ਪ੍ਰਭੂ ਜੀ ਦੇ ਕੀਤੇ ਕੰਮ ਮੈਨੂੰ ਸੁੱਖਾਂ ਵਰਗੇ ਪ੍ਰਤੀਤ ਹੁੰਦੇ ਹਨ ਜੀ। ਏਕਾ ਟੇਕ ਮੇਰੇ ਮਨ ਚੀਤ, ਮੇਰੇ ਮਨ ਚਿੱਤ ਵਿੱਚ ਸਿਰਫ ਇਹ ਸਹਾਰਾ ਹੈ ਜੀ। ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਓ, ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ਜੀ। ਮੀਤ ਹਮਾਰਾ ਬੇਪਰਵਾਹ, ਮੇਰਾ ਮਿੱਤਰ ਪ੍ਰਭੂ ਬੇਮੁਹਤਾਜ ਹੈ, ਉਸ ਨੂੰ ਕਿਸੇ ਦੀ ਕੋਈ ਗਰਜ ਨਹੀਂ, ਕਾਣ ਨਹੀਂ ਹੈ ਜੀ। ਗੁਰ ਕਿਰਪਾ ਤੇ ਮੋਹੇ ਅਸਨਾਹ, ਗੁਰੂ ਜੀ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ। ਭਾਵ ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗਰਜ ਸੀ, ਇਹ ਤਾਂ ਸਤਿਗੁਰੂ ਜੀ ਦੀ ਮਿਹਰ ਹੋਈ ਹੈ ਜੀ। ਮੀਤ ਹਮਾਰਾ ਅੰਤਰਜਾਮੀ, ਮੇਰਾ ਮਿੱਤਰ ਪ੍ਰਭੂ ਜੀ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਜੀ। ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿੱਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ ਜੀ। ਹਮ ਦਾਸੇ ਤੁਮ ਠਾਕੁਰ ਮੇਰੇ, ਹੇ ਪ੍ਰਭੂ ਜੀ ਤੂੰ ਮੇਰਾ ਮਾਲਕ ਹੈ, ਮੈਂ ਤੇਰਾ ਸੇਵਕ ਹਾਂ ਜੀ। ਮਾਨ ਮਹਤ ਨਾਨਕ ਪ੍ਰਭ ਤੇਰੇ, ਹੇ ਨਾਨਕ ਪ੍ਰਭੂ ਜੀ ਦਾ ਸੇਵਕ ਬਣਿਆ ਹੀ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ ਜੀ।
ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫੇਰ ਬਖਸ਼ਿਸ਼ ਕਰ ਰਹੇ ਨੇ ਜਿਸ ਬਾਣੀ ਦੀ ਜੀ। ਜਾਂ ਕਉ ਤੁਮ ਪੈ ਸਮਰੱਥ ਅੰਗਾ। ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ ਜੀ, ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈ ਜੀ। ਤਾਂ ਕਉ ਕੱਛ ਨਾਹੀ ਕਾ ਲੰਗਾ। ਉਸਨੂੰ ਕੋਈ ਵਿਕਾਰ ਆਦਿਕਾਂ ਦਾ ਦਾਗ ਨਹੀਂ ਛੋਹ ਸਕਦਾ ਜੀ। ਮਾਧੋ ਜਾਂ ਕੋ ਹੈ ਆਸ ਤੁਮਾਰੀ। ਹੇ ਮਾਇਆ ਦੇ ਪਤੀ ਪ੍ਰਭੂ ਜੀ, ਜਿਸ ਮਨੁੱਖ ਨੂੰ ਸਿਰਫ ਤੇਰੀ ਸਹਾਇਤਾ ਦੀ ਆਸ ਹੈ ਜੀ। ਤਾਂ ਕਉ ਕੱਛ ਨਾਹੀ ਸੰਸਾਰੀ। ਰਹਾਓ, ਉਸਨੂੰ ਦੁਨੀਆ ਦੇ ਲੋਕਾਂ ਦੀ ਸਹਾਇਤਾ ਦੀ ਆਸ ਬਣਾਉਣ ਦੀ ਲੋੜ ਨਹੀਂ ਰਹਿੰਦੀ ਜੀ। ਜਾਂ ਕੈ ਹਿਰਦੇ ਠਾਕੁਰ ਹੋਏ। ਜਿਸ ਮਨੁੱਖ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਜੀ ਚੇਤੇ ਰਹਿੰਦਾ ਹੈ ਜੀ। ਤਾਂ ਕੋ ਸਹਸਾ ਨਾਹੀ ਕੋਏ। ਉਸਨੂੰ ਦੁਨੀਆ ਦਾ ਕੋਈ ਸਹਿਮ ਫਿਕਰ ਪੋ ਨਹੀਂ ਸਕਦਾ ਜੀ। ਜਾਂ ਕੋ ਤੁਮ ਦੀਨੀ ਪ੍ਰਭ ਧੀਰ। ਹੇ ਪ੍ਰਭੂ ਜੀ, ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ ਜੀ। ਤਾਂ ਕੈ ਨਿਕਟ ਨ ਆਵੈ ਪੀਰ। ਕੋਈ ਦੁੱਖ ਕਲੇਸ਼ ਉਸਦੇ ਨੇੜੇ ਨਹੀਂ ਢੁੱਕ ਸਕਦਾ ਜੀ। ਕਹੋ ਨਾਨਕ ਮੈਂ ਸੋ ਗੁਰ ਪਾਇਆ। ਹੇ ਨਾਨਕ, ਮੈਂ ਉਹ ਗੁਰੂ ਲੱਭ ਲਿਆ ਹੈ ਜੀ। ਪਾਰ ਬ੍ਰਹਮ ਪੂਰਨ ਦਿਖਾਇਆ। ਜਿਸਨੇ ਮੈਨੂੰ ਇਹੋ ਜਿਹੀਆਂ ਤਾਕਤਾਂ ਦਾ ਮਾਲਕ ਸਰਬ ਵਿਆਪਕ ਬੇਅੰਤ ਪ੍ਰਭੂ ਜੀ ਦਿਖਾ ਦਿੱਤਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਹੁਣ ਫਿਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਬਾਣੀ ਦੀ ਬਖਸ਼ਿਸ਼ ਕਰ ਰਹੇ ਨੇ ਜੀ। ਦੁਰਲਭ ਦੇਹ ਪਾਈ ਬੜ ਭਾਗੀ। ਇਹ ਦੁਰਲਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ ਜੀ। ਨਾਮ ਨਾ ਜਪੇ ਤੇ ਆਤਮ ਘਾਤੀ। ਪਰ ਜਿਹੜੇ ਮਨੁੱਖ ਇਹ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਜੀ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸੇੜ ਲੈਂਦੇ ਹਨ ਜੀ। ਮਰ ਨਾ ਜਾਹੀ ਜਿਨ੍ਹਾਂ ਵਿਸਰਤ ਰਾਮ। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਜੀ ਦਾ ਨਾਮ ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ ਜੀ। ਨਾਮ ਬਿਹੂਨ ਜੀਵਨ ਕੌਣ ਕਾਮ। ਰਹਾਓ, ਕਿਉਂਕਿ ਪਰਮਾਤਮਾ ਜੀ ਦੇ ਨਾਮ ਤੋਂ ਵਾਂਝੇ ਰਿਹਾ ਮਨੁੱਖਾ ਜੀਵਨ ਕਿਸੇ ਵੀ ਕੰਮ ਨਹੀਂ ਹੈ ਜੀ। ਖਾਤ ਪੀਤ ਖੇਲਤ ਹਸਤ ਵਿਸਥਾਰ। ਪਰਮਾਤਮਾ ਜੀ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਰਹਿੰਦੇ ਹਨ। ਪਰ ਸਤਿਗੁਰੂ ਜੀ ਕਹਿੰਦੇ ਹਨ, ਅਗਲੀ ਤੁਕ ਦੇ ਵਿੱਚ ਕਹਿੰਦੇ ਹਨ ਜੀ, ਪਰ ਇਹ ਇਉਂ ਹੀ ਹੈ। ਕਵਨ ਅਰਥ ਮਿਰਤਕ ਸ਼ਿੰਗਾਰ। ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ ਤੇ ਮੁਰਦੇ ਨੂੰ ਸ਼ਿੰਗਾਰ ਦਾ ਕੋਈ ਵੀ ਲਾਭ ਨਹੀਂ ਹੁੰਦਾ ਜੀ। ਜੋ ਨਾ ਸੁਨਹਿ ਜਸ ਪਰਮਾਨੰਦਾ। ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਦੀ ਸਿਫਤ ਸਲਾਹ ਨਹੀਂ ਸੁਣਦੇ ਜੀ। ਪਛ ਪੰਖੀ ਧ੍ਰਿਗਦ ਜੂਨ ਤੇ ਮੰਦਾ। ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਵੀ ਭੈੜੇ ਹਨ ਜੀ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹੇ ਨਾਨਕ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਜੀ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ ਜੀ। ਕੇਵਲ ਨਾਮ ਰਿਦ ਮਾਹੀ ਸਮਾਇਆ। ਉਸਦੇ ਹਿਰਦੇ ਵਿੱਚ ਸਿਰਫ ਪਰਮਾਤਮਾ ਜੀ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਇਸ ਬਾਣੀ ਦੀ ਅੱਗੇ ਫੇਰ ਬਖਸ਼ਿਸ਼ ਕਰ ਰਹੇ ਨੇ ਜੀ। ਕਾਂ ਕੀ ਮਾਈ ਕਾਂ ਕੋ ਬਾਪ। ਅਸਲ ਵਿੱਚ ਸਦਾ ਲਈ ਨਾ ਕੋਈ ਕਿਸੇ ਦੀ ਮਾਂ ਹੈ, ਨਾ ਹੀ ਕੋਈ ਕਿਸੇ ਦਾ ਪਿਓ ਹੈ ਜੀ। ਨਾਮ ਧਾਰੀਕ ਝੂਠੇ ਸਭ ਸਾਕ। ਮਾਂ ਪਿਓ ਪੁੱਤਰ ਇਸਤਰੀ ਆਦਿਕ ਇਹ ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ ਮਾਤਰ ਹੀ ਹਨ ਜੀ। ਕਾਹੇ ਕੋ ਮੂਰਖ ਪਖਲਾਇਆ। ਹੇ ਮੂਰਖ, ਤੂੰ ਕਿਉਂ ਬਿਲਕ ਰਿਹਾ ਹੈ, ਜਿਵੇਂ ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈ ਜੀ। ਮਿਲ ਸੰਜੋਗ ਹੁਕਮ ਤੂੰ ਆਇਆ। ਰਹਾਓ, ਤੈਨੂੰ ਇਹ ਸੂਝ ਨਹੀਂ ਕਿ ਤੂੰ ਪਰਮਾਤਮਾ ਜੀ ਦੇ ਹੁਕਮ ਵਿੱਚ ਪਿਛਲੇ ਸੰਜੋਗ ਅਨੁਸਾਰ ਇਹਨਾਂ ਮਾਂ ਪਿਓ ਆਦਿਕ ਸੰਬੰਧੀਆਂ ਨਾਲ ਮਿਲ ਕੇ ਜਗਤ ਵਿੱਚ ਆਇਆ ਹੈ। ਜਿਤਨਾ ਚਿਰ ਇਹ ਸੰਜੋਗ ਕਾਇਮ ਹੈ, ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ ਜੀ। ਏਕਾ ਮਾਟੀ ਏਕਾ ਜੋਤ। ਸਭ ਜੀਵਾਂ ਦੀ ਇੱਕੋ ਹੀ ਮਿੱਟੀ ਹੈ, ਸਭ ਵਿੱਚ ਕਰਤਾਰ ਜੀ ਦੀ ਇੱਕੋ ਹੀ ਜੋਤ ਮੌਜੂਦ ਹੈ ਜੀ। ਏਕੋ ਪਵਨ ਕਹਾਂ ਕੌਣ ਰੋਤ।
ਸਭ ਵਿੱਚ ਇੱਕੋ ਹੀ ਪ੍ਰਾਣ ਹਨ। ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ-ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ ਰੋਣ ਦੀ ਲੋੜ ਨਹੀਂ ਪੈਂਦੀ, ਰੋਣ ਦਾ ਲਾਭ ਨਹੀਂ ਹੁੰਦਾ ਜੀ। ਮੇਰਾ ਮੇਰਾ ਕਰ ਬਿਲਲਾਹੀਂ, ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ ਮੇਰਾ ਮੇਰਾ ਆਖ ਕੇ ਬਿਲਕਦੇ ਹਨ ਜੀ। ਮਰਨਹਾਰ ਇਹ ਜੀਅਰਾ ਨਹੀਂ, ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ਮੇਰਾ ਨਹੀਂ ਤੇ ਇਹ ਜੀਵ ਆਤਮਾ ਮਰਨ ਵਾਲਾ ਨਹੀਂ ਹੈ ਜੀ। ਕਹੋ ਨਾਨਕ ਗੁਰ ਖੋਲੇ ਕਪਾਟ, ਹੇ ਨਾਨਕ ਜਿਨ੍ਹਾਂ ਮਨੁੱਖਾਂ ਦੇ ਮਾਇਆ ਦੇ ਮੋਹ ਨਾਲ ਜਕੜੇ ਹੋਏ ਕਵਾੜ ਗੁਰੂ ਜੀ ਨੇ ਖੋਲ ਦਿੱਤੇ ਹਨ ਜੀ। ਮੁਕਤ ਭਏ ਬਿਨਸੇ ਭ੍ਰਮ ਥਾਟ, ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ। ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ ਹਨ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਵੱਡੇ ਵੱਡੇ ਜੋ ਦਿਸਹਿ ਲੋਗ, ਦੁਨੀਆ ਵਿੱਚ ਧਨ ਪ੍ਰਭਤਾ ਆਦਿਕ ਨਾਲ ਜਿਹੜੇ ਬੰਦੇ ਵੱਡੇ ਵੱਡੇ ਦਿਸਦੇ ਹਨ ਜੀ। ਤਿਨ ਕਉ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਚਿੰਤਾ ਦਾ ਰੋਗ ਸਦਾ ਦਵਾਈ ਰੱਖਦਾ ਹੈ ਜੀ। ਕੌਣ ਵੱਡਾ ਮਾਇਆ ਵਡਿਆਈ, ਮਾਇਆ ਦੇ ਕਾਰਨ ਜਗਤ ਵਿੱਚ ਮਿਲੀ ਵਡਿਆਈ ਨਾਲ ਕੋਈ ਵੀ ਮਨੁੱਖ ਅਸਲ ਵਿੱਚ ਵੱਡਾ ਨਹੀਂ ਹੈ ਜੀ। ਸੋ ਵੱਡਾ ਜਿਨ ਰਾਮ ਲਿਵ ਲਾਈ, ਰਹਾਓ ਉਹ ਮਨੁੱਖ ਹੀ ਵੱਡਾ ਹੈ ਜਿਸ ਨੇ ਪ੍ਰਮਾਤਮਾ ਜੀ ਨਾਲ ਲਗਨ ਲਾਈ ਹੋਈ ਹੈ ਜੀ। ਭੂਮੀਆਂ ਭੂਮ ਉੱਪਰ ਨਿਤ ਲੁੱਝੈ, ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ ਮਾਲਕੀ ਦੀ ਖਾਤਰ ਹੋਰਨਾਂ ਨਾਲ ਸਦਾ ਲੜਦਾ ਝਗੜਦਾ ਰਹਿੰਦਾ ਹੈ ਜੀ। ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁੱਝੈ, ਇਹ ਜ਼ਮੀਨ ਇੱਥੇ ਹੀ ਛੱਡ ਕੇ ਆਖਰ ਇੱਥੋਂ ਤੁਰ ਪੈਂਦਾ ਹੈ, ਪਰ ਸਾਰੀ ਉਮਰ ਉਸ ਦੀ ਮਾਲਕੀ ਦੀ ਤ੍ਰਿਸ਼ਨਾ ਨਹੀਂ ਮਿਟਦੀ ਜੀ। ਕਹੋ ਨਾਨਕ ਇਹ ਤਤ ਵਿਚਾਰਾ, ਇਹ ਨਾਨਕ ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ ਜੀ। ਬਿਨ ਹਰ ਭਜਨ ਨਾਹੀ ਛੁਟਕਾਰਾ, ਕਿ ਪ੍ਰਮਾਤਮਾ ਜੀ ਦੇ ਭਜਨ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ ਤੇ ਜਦ ਤੱਕ ਮਾਇਆ ਦਾ ਮੋਹ ਕਾਇਮ ਹੈ ਤਦ ਤੱਕ ਮਨੁੱਖ ਦਾ ਬਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਪੂਰਾ ਮਾਰਗ ਪੂਰਾ ਇਸ਼ਨਾਨ, ਪਰਮਾਤਮਾ ਜੀ ਦਾ ਨਾਮ ਹੀ ਜੀਵਨ ਦਾ ਸਹੀ ਰਸਤਾ ਹੈ, ਨਾਮ ਹੀ ਅਸਲ ਤੀਰਥ ਇਸ਼ਨਾਨ ਹੈ ਜੀ। ਸਭ ਕੁਛ ਪੂਰਾ ਹਿਰਦੇ ਨਾਮ, ਗੁਰੂ ਜੀ ਦੀ ਮਿਹਰ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਸ ਦਾ ਹਰੇਕ ਉਦਮ ਉਕਾਈਹੀਣ ਹੁੰਦਾ ਹੈ ਜੀ। ਪੂਰੀ ਰਹੀ ਜਾਂ ਪੂਰੇ ਰਾਖੀ, ਪੂਰੇ ਗੁਰੂ ਜੀ ਦੀ ਮਿਹਰ ਨਾਲ ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ, ਕਿਉਂਕਿ ਅਭੁੱਲ ਗੁਰੂ ਜੀ ਨੇ ਉਹਨਾਂ ਦੀ ਇੱਜ਼ਤ ਰੱਖੀ ਹੈ ਜੀ। ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ, ਰਹਾਉ ਜਿਨ੍ਹਾਂ ਮਨੁੱਖਾਂ ਨੇ ਆਪਣੇ ਸਭ ਕਾਰ ਵਿਹਾਰਾਂ ਵਿੱਚ ਪ੍ਰਮਾਤਮਾ ਜੀ ਦਾ ਆਸਰਾ ਲਈ ਰੱਖਿਆ ਹੈ ਜੀ। ਪੂਰਾ ਸੁਖ ਪੂਰਾ ਸੰਤੋਖ, ਗੁਰੂ ਜੀ ਦੀ ਮਿਹਰ ਨਾਲ ਜਿਹੜਾ ਮਨੁੱਖ ਪ੍ਰਮਾਤਮਾ ਜੀ ਦੀ ਸ਼ਰਨ ਵਿੱਚ ਰਹਿੰਦਾ ਹੈ ਉਹ ਸਦਾ ਲਈ ਆਤਮਿਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਉਂਦਾ ਹੈ ਜੀ। ਪੂਰਾ ਤਪ ਪੂਰਨ ਰਾਜ ਜੋਗ, ਪਰਮਾਤਮਾ ਜੀ ਦੀ ਸ਼ਰਨ ਹੀ ਉਸ ਦੇ ਵਾਸਤੇ ਅਭੁੱਲ ਤਪ ਹੈ। ਉਹ ਪੂਰਨ ਰਾਜ ਵੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਵੀ ਰਹਿੰਦਾ ਹੈ ਜੀ। ਹਰ ਕੈ ਮਾਰਗ ਪਤਤ ਪੁਨੀਤ, ਗੁਰੂ ਜੀ ਦੀ ਮਿਹਰ ਨਾਲ ਜਿਹੜੇ ਮਨੁੱਖ ਪਰਮਾਤਮਾ ਜੀ ਦੇ ਰਾਹ ਉੱਤੇ ਤੁਰਦੇ ਹਨ ਉਹ ਪਹਿਲਾਂ ਵਿਕਾਰਾਂ ਵਿੱਚ ਡਿੱਗੇ ਹੋਏ ਵੀ ਹੁਣ ਪਵਿੱਤਰ ਹੋ ਜਾਂਦੇ ਹਨ ਜੀ। ਪੂਰੀ ਸ਼ੋਭਾ ਪੂਰਾ ਲੌਕੀਕ, ਉਹਨਾਂ ਨੂੰ ਲੋਕ ਪਰਲੋਕ ਵਿੱਚ ਸਦਾ ਲਈ ਸ਼ੋਭਾ ਮਿਲਦੀ ਹੈ। ਲੋਕਾਂ ਨਾਲ ਉਹਨਾਂ ਦਾ ਵਰਤਣ ਵਿਹਾਰ ਵੀ ਸੁਚੱਜਾ ਰਹਿੰਦਾ ਹੈ ਜੀ। ਕਰਨਹਾਰ ਸਦ ਵਸੈ ਹਦੂਰਾ, ਕਰਤਾਰ ਜੀ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ ਸੰਗ ਵਸਦਾ ਹੈ ਜੀ। ਕਹੋ ਨਾਨਕ ਮੇਰਾ ਸਤਿਗੁਰ ਪੂਰਾ,
ਹੇ ਨਾਨਕ, ਜਿਸ ਮਨੁੱਖ ਨੂੰ ਮੇਰਾ ਭੁੱਲ ਗੁਰੂ ਮਿਲ ਪੈਂਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਸੰਤ ਕੀ ਧੂਰ ਮਿਟੇ ਅਗ ਕੋਟ। ਗੁਰੂ ਸੰਤ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਨਾਲ ਮਨੁੱਖ ਦੇ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ ਜੀ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਗੁਰੂ ਸੰਤ ਦੀ ਕਿਰਪਾ ਨਾਲ ਮਨੁੱਖ ਨੂੰ ਜਨਮ ਮਰਨ ਦੇ ਚੱਕਰ ਤੋਂ ਖਲਾਸੀ ਮਿਲ ਜਾਂਦੀ ਹੈ ਜੀ। ਸੰਤ ਕਾ ਦਰਸ਼ ਪੂਰਨ ਇਸ਼ਨਾਨ। ਗੁਰੂ ਸੰਤ ਦਾ ਦਰਸ਼ਨ ਹੀ ਮੁਕੰਮਲ ਤੀਰਥ ਇਸ਼ਨਾਨ ਹੈ ਜੀ। ਸੰਤ ਕਿਰਪਾ ਤੇ ਜਪਿਐ ਨਾਮ ਰਹਾਉ। ਗੁਰੂ ਸੰਤ ਦੀ ਕਿਰਪਾ ਨਾਲ ਪਰਮਾਤਮਾ ਜੀ ਦਾ ਨਾਮ ਜਪਿਆ ਜਾ ਸਕਦਾ ਹੈ ਜੀ। ਸੰਤ ਕੈ ਸੰਗ ਮਿਟਿਆ ਅਹੰਕਾਰ। ਗੁਰੂ ਸੰਤ ਦੀ ਸੰਗਤ ਵਿੱਚ ਰਿਹਾ ਹੰਕਾਰ ਦੂਰ ਹੋ ਜਾਂਦਾ ਹੈ ਜੀ। ਦ੍ਰਿਸ਼ਟ ਆਵੈ ਸਭ ਏਕੰਕਾਰ। ਗੁਰੂ ਦੀ ਸੰਗਤ ਵਿੱਚ ਰਹਿਣ ਵਾਲੇ ਮਨੁੱਖ ਨੂੰ ਹਰ ਥਾਂ ਇੱਕ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਜੀ। ਸੰਤ ਸੋ ਪ੍ਰਸੰਨ ਆਏ ਬਸ ਪੰਚਾ। ਜਿਸ ਮਨੁੱਖ ਉੱਤੇ ਗੁਰੂ ਸੰਤ ਮਿਹਰਬਾਨ ਹੋ ਜਾਏ, ਕਾਮਦਾਇਕ ਪੰਜੇ ਦੂਤ ਉਸ ਦੇ ਵਸ ਵਿੱਚ ਆ ਜਾਂਦੇ ਹਨ ਜੀ। ਅੰਮ੍ਰਿਤ ਨਾਮ ਹਿਰਦੇ ਲੈ ਸੰਚਾ। ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਆਪਣੇ ਹਿਰਦੇ ਵਿੱਚ ਇਕੱਠਾ ਕਰ ਲੈਂਦਾ ਹੈ ਜੀ। ਕਹੋ ਨਾਨਕ ਜਾਂ ਕਾ ਪੂਰਾ ਕਰਮ। ਪਰ ਹੇ ਨਾਨਕ, ਜਿਸ ਦੀ ਵੱਡੀ ਚੰਗੀ ਕਿਸਮਤ ਹੋਵੇ ਜੀ। ਇਸ ਭੇਟੇ ਸਾਧੂ ਕੇ ਚਰਨ। ਉਸ ਮਨੁੱਖ ਨੂੰ ਹੀ ਗੁਰੂ ਦੇ ਚਰਨ ਪਰਸਣੇ ਮਿਲਦੇ ਹਨ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਹਰ ਗੁਣ ਜਪਤ ਕਮਲ ਪ੍ਰਗਾਸੈ। ਪਰਮਾਤਮਾ ਜੀ ਦੇ ਗੁਣ ਗਾਉਂਦਿਆਂ ਹਿਰਦਾ ਕੌਲ ਫੁੱਲ ਖਿੜ ਪੈਂਦਾ ਹੈ ਜੀ। ਹਰ ਸਿਮਰਤ ਤਰਾਸ ਸਭ ਨਾਸੈ। ਪਰਮਾਤਮਾ ਜੀ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਜੀ। ਸਾਮਤ ਪੂਰੀ ਜਿਤ ਹਰ ਗੁਣ ਗਾਵੈ। ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤ ਨਾਲ ਮਨੁੱਖ ਪਰਮਾਤਮਾ ਜੀ ਦੇ ਗੁਣ ਗਾਉਂਦਾ ਹੈ ਜੀ। ਵੱਡੇ ਭਾਗ ਸਾਧੂ ਸੰਗ ਪਾਵੈ ਰਹਾਉ। ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ ਵੱਡੀ ਕਿਸਮਤ ਨਾਲ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦਾ ਹੈ ਜੀ। ਸਾਧ ਸੰਗ ਪਾਈਏ ਨਿਧ ਨਾਮਾ। ਗੁਰੂ ਦੀ ਸੰਗਤ ਵਿੱਚ ਰਿਹਾ ਪਰਮਾਤਮਾ ਜੀ ਦਾ ਨਾਮ ਖਜ਼ਾਨਾ ਮਿਲ ਜਾਂਦਾ ਹੈ ਜੀ। ਸਾਧ ਸੰਗ ਪੂਰਨ ਸਭ ਕੰਮ। ਤੇ ਗੁਰੂ ਦੀ ਸੰਗਤ ਵਿੱਚ ਰਿਹਾ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ਜੀ। ਹਰ ਕੀ ਭਗਤ ਜਨਮ ਪਰਵਾਨ। ਪਰਮਾਤਮਾ ਜੀ ਦੀ ਭਗਤੀ ਕੀਤਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਜੀ। ਗੁਰ ਕਿਰਪਾ ਤੇ ਨਾਮ ਬਖਾਣ। ਪਰ ਪਰਮਾਤਮਾ ਜੀ ਦੀ ਭਗਤੀ, ਪਰਮਾਤਮਾ ਜੀ ਦਾ ਨਾਮ ਉਚਾਰਨਾ ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦਾ ਹੈ ਜੀ। ਕਹੋ ਨਾਨਕ ਸੋ ਜਨ ਪਰਵਾਨ। ਇਹ ਨਾਨਕ, ਸਿਰਫ ਉਹ ਮਨੁੱਖ ਪਰਮਾਤਮਾ ਜੀ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ ਜੀ। ਜਾਂ ਕੈ ਹਿਰਦੈ ਬਸੈ ਭਗਵਾਨ। ਜਿਸ ਦੇ ਹਿਰਦੇ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਗੁਰਬਾਣੀ ਦੀ ਬਖਸ਼ਿਸ਼ ਕਰ ਰਹੇ ਨੇ ਜੀ। ਇੱਕ ਸਿਉ ਜਾਂ ਕਾ ਮਨ ਰਾਤਾ। ਗੁਰੂ ਜੀ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਇੱਕ ਪਰਮਾਤਮਾ ਜੀ ਨਾਲ ਹੀ ਰੰਗਿਆ ਰਹਿੰਦਾ ਹੈ ਜੀ। ਵਿਸਰੀ ਤਿਸੈ ਪਰਾਈ ਤਾਤਾ। ਉਸ ਨੂੰ ਹੋਰਨਾਂ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ ਜੀ। ਬਿਨ ਗੋਬਿੰਦ ਨਾ ਦਿਸੈ ਕੋਈ। ਜਿਸ ਮਨੁੱਖ ਉੱਤੇ ਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਸ ਨੂੰ ਕਿਤੇ ਵੀ ਗੋਬਿੰਦ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਦਿਸਦਾ ਜੀ। ਕਰਨ ਕਰਾਵਨ ਕਰਤਾ ਸੋਈ ਰਹਾਉ। ਉਸ ਨੂੰ ਹਰ ਥਾਂ ਉਹੀ ਕਰਤਾਰ ਦਿਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਵਾਲਾ ਹੈ ਜੀ। ਮਨ ਹੈ ਕਮਾਵੈ ਮੁਖ ਹਰ ਹਰ ਬੋਲੈ। ਗੁਰੂ ਜੀ ਦੀ ਕਿਰਪਾ ਨਾਲ ਜਿਹੜਾ ਮਨੁੱਖ ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਜੀ ਦਾ ਨਾਮ ਉਚਾਰਦਾ ਹੈ ਜੀ। ਸੋ ਜਨ ਇਤ ਉਤ ਕਤਹਿ ਨਾ ਡੋਲੈ। ਉਹ ਮਨੁੱਖ ਸੁੱਚੇ ਆਤਮਿਕ ਜੀਵਨ ਦੀ ਪੱਧਰ ਤੋਂ ਕਦੇ ਵੀ ਨਹੀਂ ਡੋਲਦਾ।
ਨਾ ਇਸ ਲੋਕ ਵਿੱਚ ਤੇ ਨਾ ਹੀ ਪ੍ਰਲੋਕ ਵਿੱਚ ਜੀ। ਜਾਂ ਕੈ ਹਰ ਤਨ ਸੋ ਸੱਚ ਸ਼ਾਹ। ਗੁਰੂ ਜੀ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਪਾਸ ਪਰਮਾਤਮਾ ਜੀ ਦਾ ਨਾਮ ਧਨ ਹੈ, ਉਹ ਐਸਾ ਸ਼ਾਹੂਕਾਰ ਹੈ ਜੋ ਸਦਾ ਹੀ ਸ਼ਾਹੂਕਾਰ ਹੀ ਟਿਕਿਆ ਰਹਿੰਦਾ ਹੈ ਜੀ। ਗੁਰ ਪੂਰੈ ਕਰ ਦੀਨੋ ਬੇਸਾਹ। ਪੂਰੇ ਗੁਰੂ ਜੀ ਨੇ ਪਰਮਾਤਮਾ ਜੀ ਦੀ ਹਜ਼ੂਰੀ ਵਿੱਚ ਉਸ ਦੀ ਸ਼ਾਖ ਬਣਾ ਦਿੱਤੀ ਹੈ ਜੀ। ਜੀਵਨ ਪੁਰਖ ਮਿਲਿਆ ਹਰ ਰਾਇਆ। ਗੁਰੂ ਜੀ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ ਜੀ। ਕਹੋ ਨਾਨਕ ਪਰਮ ਪਦ ਪਾਇਆ। ਹੇ ਨਾਨਕ, ਉਸਨੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲਿਆ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਹੈ ਜੀ। ਨਾਮ ਭਗਤ ਕੈ ਪ੍ਰਾਨ ਆਧਾਰ। ਭਗਤੀ ਕਰਨ ਵਾਲੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਜੀ ਦਾ ਨਾਮ ਉਸ ਦੀ ਜ਼ਿੰਦਗੀ ਦਾ ਸਹਾਰਾ ਹੈ ਜੀ। ਨਾਮੋ ਧਨ ਨਾਮੋ ਵਿਵਹਾਰ। ਨਾਮ ਹੀ ਉਸ ਦੇ ਵਾਸਤੇ ਧਨ ਹੈ ਤੇ ਨਾਮ ਹੀ ਉਸ ਦੇ ਵਾਸਤੇ ਅਸਲੀ ਵਣਜ ਵਪਾਰ ਹੈ ਜੀ। ਨਾਮ ਵਡਾਈ ਜਨ ਸ਼ੋਭਾ ਪਾਏ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਜੀ ਦਾ ਨਾਮ ਹੈ, ਉਹ ਮਨੁੱਖ ਲੋਕ ਪ੍ਰਲੋਕ ਵਿੱਚ ਵਡਿਆਈ ਹਾਸਲ ਕਰਦਾ ਹੈ, ਸ਼ੋਭਾ ਖੱਟਦਾ ਹੈ ਜੀ। ਕਰ ਕਿਰਪਾ ਜਿਸ ਆਪ ਦਿਵਾਏ ਰਹਾਉ। ਪਰ ਇਹ ਹਰ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਮਿਹਰ ਕਰਕੇ ਪਰਮਾਤਮਾ ਜੀ ਆਪ ਗੁਰੂ ਜੀ ਪਾਸੋਂ ਦਿਵਾਉਂਦਾ ਹੈ ਜੀ। ਨਾਮ ਭਗਤ ਕੈ ਸੁਖ ਸਥਾਨ। ਪਰਮਾਤਮਾ ਜੀ ਦਾ ਨਾਮ ਭਗਤ ਦੇ ਹਿਰਦੇ ਵਿੱਚ ਆਤਮਿਕ ਆਨੰਦ ਦੇਣ ਦਾ ਵਸੀਲਾ ਹੈ ਜੀ। ਨਾਮ ਰਤ ਸੋ ਭਗਤ ਪਰਵਾਨ। ਜਿਹੜਾ ਮਨੁੱਖ ਪਰਮਾਤਮਾ ਜੀ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਉਹੀ ਭਗਤ ਹੈ, ਉਹ ਪਰਮਾਤਮਾ ਜੀ ਦੀ ਹਜ਼ੂਰੀ ਵਿੱਚ ਕਬੂਲ ਹੈ ਜੀ। ਹਰ ਕਾ ਨਾਮ ਜਨ ਕਉ ਧਾਰੈ। ਪਰਮਾਤਮਾ ਜੀ ਦਾ ਨਾਮ ਪਰਮਾਤਮਾ ਜੀ ਦੇ ਸੇਵਕ ਨੂੰ ਸਹਾਰਾ ਦਿੰਦਾ ਹੈ ਜੀ। ਸਾਸ ਸਾਸ ਜਨ ਨਾਮ ਸੰਭਾਰੈ। ਸੇਵਕ ਆਪਣੇ ਇੱਕ ਇੱਕ ਸਾਹ ਦੇ ਨਾਲ ਪਰਮਾਤਮਾ ਜੀ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ ਜੀ। ਕਹੋ ਨਾਨਕ ਜਿਸ ਪੂਰਾ ਭਾਗ। ਹੇ ਨਾਨਕ, ਜਿਸ ਮਨੁੱਖ ਦੀ ਵੱਡੀ ਕਿਸਮਤ ਹੁੰਦੀ ਹੈ ਜੀ। ਨਾਮ ਸੰਗ ਤਾਂ ਕਾ ਮਨ ਲਾਗ। ਉਸ ਦਾ ਹੀ ਮਨ ਪਰਮਾਤਮਾ ਜੀ ਦੇ ਨਾਮ ਨਾਲ ਪਰਚਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਜੀ। ਸੰਤ ਪ੍ਰਸਾਦ ਹਰ ਨਾਮ ਧਿਆਇਆ। ਜਦੋਂ ਤੋਂ ਗੁਰੂ ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਜੀ ਦਾ ਨਾਮ ਸਿਮਰ ਰਿਹਾ ਹਾਂ ਜੀ, ਤਬ ਤੇ ਧਾਵਤ ਮਨ ਤ੍ਰਿਪਤਾਇਆ। ਤਦੋਂ ਤੋਂ ਮਾਇਆ ਦੀ ਖਾਤਰ ਦੌੜਨ ਵਾਲਾ ਮੇਰਾ ਮਨ ਤ੍ਰਿਪਤ ਹੋ ਗਿਆ ਹੈ ਜੀ। ਸੁਖ ਬਿਸਰਾਮ ਪਾਇਆ ਗੁਣ ਗਾਏ। ਗੁਰੂ ਜੀ ਦੀ ਕਿਰਪਾ ਨਾਲ ਪਰਮਾਤਮਾ ਜੀ ਦੇ ਗੁਣ ਗਾ ਕੇ ਮੈਂ ਉਹ ਆਤਮਿਕ ਆਨੰਦ ਦਾ ਦਾਤਾ ਪਰਮਾਤਮਾ ਜੀ ਲੱਭ ਲਿਆ ਹੈ ਜੀ। ਸਰਮ ਮਿਟਿਆ ਮੇਰੀ ਹਤੀ ਬੁਲਾਏ ਰਹਾਉ। ਹੁਣ ਮਾਇਆ ਦੀ ਖਾਤਰ ਮੇਰੀ ਦੌੜ ਭੱਜ ਮਿਟ ਗਈ ਹੈ। ਮੇਰੀ ਮਾਇਆ ਦੀ ਤ੍ਰਿਸ਼ਨਾ ਦੀ ਬਲਾ ਮਰ ਮੁੱਕ ਗਈ ਹੈ ਜੀ। ਚਰਨ ਕਮਲ ਅਰਾਧ ਭਗਵੰਤਾ। ਗੁਰੂ ਜੀ ਦੀ ਕਿਰਪਾ ਨਾਲ ਭਗਵਾਨ ਜੀ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਜੀ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਪਰਮਾਤਮਾ ਜੀ ਦਾ ਨਾਮ ਸਿਮਰਨ ਨਾਲ ਮੇਰੀ ਹਰੇਕ ਕਿਸਮ ਦੀ ਚਿੰਤਾ ਮਿਟ ਗਈ ਹੈ ਜੀ। ਸਭ ਤਜ ਅਨਾਥ ਏਕ ਸ਼ਰਨ ਆਇਓ। ਜਦੋਂ ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇੱਕ ਪਰਮਾਤਮਾ ਜੀ ਦੀ ਸ਼ਰਨ ਆ ਗਿਆ ਹਾਂ ਜੀ। ਊਚ ਸਥਾਨ ਤਬ ਸਹਿਜੇ ਪਾਇਓ। ਤਦੋਂ ਆਤਮਿਕ ਡੋਲਤਾ ਵਿੱਚ ਟਿਕ ਕੇ ਮੈਂ ਉਹ ਸਭ ਟਿਕਾਣਿਆਂ ਤੋਂ ਉੱਚਾ ਟਿਕਾਣਾ ਪ੍ਰਾਪਤ ਕਰ ਲਿਆ ਹੈ ਜੀ। ਦੁੱਖ ਦਰਦ ਭਰਮ ਭਉ ਨਸਿਆ। ਹੁਣ ਮੇਰਾ ਹਰੇਕ ਕਿਸਮ ਦਾ ਦੁੱਖ ਦਰਦ ਭਟਕਣ ਤੇ ਡਰ ਦੂਰ ਹੋ ਗਿਆ ਹੈ ਜੀ। ਕਰਨਹਾਰ ਨਾਨਕ ਮਨ ਵਸਿਆ। ਹੇ ਨਾਨਕ, ਗੁਰੂ ਜੀ ਦੀ ਕਿਰਪਾ ਨਾਲ ਸਿਰਜਣਹਾਰ ਪਰਮਾਤਮਾ ਜੀ ਮੇਰੇ ਮਨ ਵਿੱਚ ਵਸ ਗਿਆ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਕਰ ਕਰ ਟਹਿਲ ਰਸਨਾ ਗੁਣ ਗਾਵੋ।
ਹੁਣ ਗੁਰੂ ਜੀ ਦੀ ਮਿਹਰ ਸਦਕਾ ਮੈਂ ਆਪਣੇ ਹੱਥਾਂ ਨਾਲ ਗੁਰਮੁਖਾਂ ਦੀ ਸੇਵਾ ਕਰਦਾ ਹਾਂ ਤੇ ਜੀਵ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਜੀ। ਚਰਨ ਠਾਕੁਰ ਕੈ ਮਾਰਗ ਧਾਵੋ, ਤੇ ਪੈਰਾਂ ਨਾਲ ਮੈਂ ਪ੍ਰਮਾਤਮਾ ਦੇ ਰਸਤੇ ਉੱਤੇ ਚੱਲ ਰਿਹਾ ਹਾਂ ਜੀ। ਭਲੋ ਸਮੋ ਸਿਮਰਨ ਕੀ ਬਰੀਆ, ਹੇ ਮੇਰੇ ਮਨ, ਮਨੁੱਖਾ ਜਨਮ ਦਾ ਇਹ ਸੋਹਣਾ ਸਮਾਂ ਤੈਨੂੰ ਮਿਲਿਆ ਹੈ ਜੀ। ਸਿਮਰਤ ਨਾਮ ਤੈ ਪਾਰ ਉਤਰਿਆ ਰਹਾਉ, ਇਹ ਮਨੁੱਖਾ ਜਨਮ ਹੀ ਪ੍ਰਮਾਤਮਾ ਦੇ ਸਿਮਰਨ ਦਾ ਵੇਲਾ ਹੈ। ਇਸ ਮਨੁੱਖਾ ਜਨਮ ਵਿੱਚ ਹੀ ਪ੍ਰਮਾਤਮਾ ਜੀ ਦਾ ਨਾਮ ਸਿਮਰਦਿਆਂ ਸੰਸਾਰ ਦੇ ਅਨੇਕਾਂ ਡਰਾਂ ਤੋਂ ਪਾਰ ਲੰਘ ਸਕੀਦਾ ਹੈ ਜੀ। ਨੇਤਰ ਸੰਤਨ ਕਾ ਦਰਸ਼ਨ ਪੇਖ, ਤੂੰ ਵੀ ਆਪਣੀ ਅੱਖਾਂ ਨਾਲ ਗੁਰਮੁਖਾਂ ਦਾ ਦਰਸ਼ਨ ਕਰ ਜੀ। ਪ੍ਰਭ ਅਵਨਾਛੀ ਮਨ ਮਹਿ ਲੇਖ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਵਿੱਚ ਅਵਨਾਛੀ ਪ੍ਰਮਾਤਮਾ ਜੀ ਦੇ ਸਿਮਰਨ ਦਾ ਲੇਖ ਲਿਖਦਾ ਰਹੋ ਜੀ। ਸੁਣ ਕੀਰਤਨ ਸਾਧ ਪਹਿ ਜਾਏ, ਗੁਰੂ ਜੀ ਦੀ ਸੰਗਤ ਵਿੱਚ ਜਾ ਕੇ ਤੂੰ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਦੇ ਗੀਤ ਸੁਣਿਆ ਕਰ ਜੀ। ਜਨਮ ਮਰਨ ਕੀ ਤਰਾਸ ਮਿਟਾਏ, ਤੇ ਇਸ ਤਰ੍ਹਾਂ ਜਨਮ ਮਰਨ ਵਿੱਚ ਪਾਉਣ ਵਾਲੀ ਆਤਮਿਕ ਮੌਤ ਦਾ ਡਰ ਆਪਣੇ ਅੰਦਰੋਂ ਦੂਰ ਕਰ ਲੈ ਜੀ। ਚਰਨ ਕਮਲ ਠਾਕੁਰ ਉਰ ਧਾਰ, ਪਰਮਾਤਮਾ ਜੀ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਟਿਕਾਈ ਰੱਖ ਜੀ। ਦੁਰਲਭ ਦੇਹ ਨਾਨਕ ਨਿਸਤਾਰ, ਹੇ ਨਾਨਕ, ਉਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ। ਇਸ ਨੂੰ ਸਿਮਰਨ ਦੀ ਬਰਕਤ ਨਾਲ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘਾ ਲੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਹੈ ਜੀ। ਜਾਂ ਕੋ ਆਪਣੀ ਕਿਰਪਾ ਧਾਰੈ, ਪਰ ਨਾਮ ਸਿਮਰਨਾ ਵੀ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ। ਜਿਸ ਮਨੁੱਖ ਉੱਤੇ ਪ੍ਰਮਾਤਮਾ ਜੀ ਆਪਣੀ ਮਿਹਰ ਕਰਦਾ ਹੈ ਜੀ, ਸੋ ਜਨ ਰਸਨਾ ਨਾਮ ਉਚਾਰੈ, ਉਹ ਮਨੁੱਖ ਆਪਣੀ ਜੀਭ ਨਾਲ ਪ੍ਰਮਾਤਮਾ ਜੀ ਦਾ ਨਾਮ ਉਚਾਰਦਾ ਹੈ ਜੀ। ਹਰ ਬਿਸਰਤ ਸਾਸਾ ਦੁੱਖ ਵਿਆਪੈ, ਪਰਮਾਤਮਾ ਜੀ ਨੂੰ ਭੁਲਾਇਆ ਦੁਨੀਆ ਦਾ ਸਹਿਮ ਦੁੱਖ ਆਪਣਾ ਜ਼ੋਰ ਪਾ ਲੈਂਦਾ ਹੈ ਜੀ। ਸਿਮਰਤ ਨਾਮ ਭਰਮ ਭਉ ਭਾਗੈ ਰਹਾਉ, ਪਰ ਪ੍ਰਭੂ ਜੀ ਦਾ ਨਾਮ ਸਿਮਰਿਆਂ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ ਜੀ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੈ, ਪ੍ਰਭੂ ਜੀ ਦੀ ਕਿਰਪਾ ਨਾਲ ਜਿਹੜਾ ਮਨੁੱਖ ਪ੍ਰਭੂ ਜੀ ਦੀ ਸਿਫਤ ਸਲਾਹ ਸੁਣਦਾ ਹੈ, ਪ੍ਰਭੂ ਜੀ ਦੀ ਸਿਫਤ ਸਲਾਹ ਗਾਉਂਦਾ ਹੈ ਜੀ, ਤਿਸ ਜਨ ਦੁੱਖ ਨਿਕਟ ਨਹੀਂ ਆਵੈ, ਕੋਈ ਦੁੱਖ ਉਸ ਮਨੁੱਖ ਦੇ ਨੇੜੇ ਨਹੀਂ ਢੁਕਦਾ ਜੀ। ਹਰ ਕੀ ਟਹਿਲ ਕਰਤ ਜਨ ਸੋਹੈ, ਪਰਮਾਤਮਾ ਜੀ ਦੀ ਸੇਵਾ ਭਗਤੀ ਕਰਦਿਆਂ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ਜੀ। ਤਾਂ ਕਉ ਮਾਇਆ ਅਗਨ ਨਾ ਪੋਹੈ, ਕਿਉਂਕਿ ਉਸ ਮਨੁੱਖ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਪੋ ਸਕਦੀ, ਉਸ ਦੇ ਆਤਮਿਕ ਜੀਵਨ ਨੂੰ ਸਾੜ ਨਹੀਂ ਸਕਦੀ ਜੀ। ਮਨ ਤਨ ਮੁਖ ਹਰ ਨਾਮ ਦਇਆਲ, ਦਇਆ ਦੇ ਘਰ ਪ੍ਰਮਾਤਮਾ ਜੀ ਦਾ ਨਾਮ ਜਿਸ ਮਨੁੱਖ ਦੇ ਮਨ ਵਿੱਚ, ਹਿਰਦੇ ਵਿੱਚ ਤੇ ਮੂੰਹ ਵਿੱਚ ਵਸ ਪੈਂਦਾ ਹੈ ਜੀ। ਨਾਨਕ ਤਜੀਅਲੇ ਅਵਰ ਜੰਜਾਲ, ਹੇ ਨਾਨਕ, ਉਸ ਮਨੁੱਖ ਨੇ ਆਪਣੇ ਮਨ ਵਿੱਚੋਂ ਮਾਇਆ ਦੇ ਮੋਹ ਦੇ ਹੋਰ ਸਾਰੇ ਜੰਜਾਲ ਲਾਹ ਦਿੱਤੇ ਹੁੰਦੇ ਹਨ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਦੀ ਵਿਚਾਰ ਹੋ ਰਹੀ ਹੈ ਜੀ। ਛਾੜ ਸਿਆਣਪ ਬਹੁਤ ਚਤੁਰਾਈ, ਇਹ ਖਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈ ਤੇ ਜੀਵਨ ਮਾਰਗ ਨੂੰ ਆਪ ਹੀ ਸਮਝ ਸਕਦਾ ਹੈ ਜੀ। ਗੁਰ ਪੂਰੇ ਕੀ ਟੇਕ ਟਿਕਾਈ, ਤੂੰ ਪੂਰੇ ਗੁਰੂ ਦਾ ਆਸਰਾ ਲੈ ਕੇ ਜੀ। ਦੁੱਖ ਬਿਨਸੇ ਸੁਖ ਹਰ ਗੁਣ ਗਾਏ, ਪਰਮਾਤਮਾ ਜੀ ਦੇ ਗੁਣ ਗਾ ਕੇ ਉਸ ਨੂੰ ਸੁਖ ਹੀ ਸੁਖ ਮਿਲਦੇ ਹਨ ਤੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜੀ। ਗੁਰਪੂਰਾ ਭੇਟਿਆ ਲਿਵਲਾਏ ਰਹਾਉ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ ਚਰਨਾਂ ਵਿੱਚ ਸੁਰਤ ਜੋੜਦਾ ਹੈ ਜੀ।
ਹਰ ਕਾ ਨਾਮ ਦਿਓ ਗੁਰ ਮੰਤਰ। ਗੁਰੂ ਜੀ ਨੇ ਜਿਸ ਮਨੁੱਖ ਨੂੰ ਪ੍ਰਮਾਤਮਾ ਜੀ ਦਾ ਨਾਮ ਮੰਤਰ ਦਿੱਤਾ ਹੈ ਜੀ, ਮਿਟੇ ਬਸੂਰੇ ਉਤਰੀ ਚਿੰਤ। ਉਸ ਮੰਤਰ ਦੀ ਬਰਕਤ ਨਾਲ ਉਸ ਦੇ ਸਾਰੇ ਝੋਰੇ ਮਿਟ ਗਏ ਹਨ, ਉਸ ਦੀ ਹਰੇਕ ਕਿਸਮ ਦੀ ਚਿੰਤਾ ਲੈ ਗਈ ਹੈ ਜੀ। ਆਨੰਦ ਭਏ ਗੁਰ ਮਿਲਤ ਕਿਰਪਾਲ। ਦਇਆ ਦੇ ਸੋਮੇ ਗੁਰੂ ਨੂੰ ਮਿਲਿਆ ਆਤਮ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ ਜੀ। ਕਰ ਕਿਰਪਾ ਕਾਟੇ ਜਮ ਜਾਲ। ਗੁਰੂ ਕਿਰਪਾ ਕਰਕੇ ਮਨੁੱਖ ਦੇ ਅੰਦਰੋਂ ਆਤਮਿਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਈਆਂ ਕੱਟ ਦਿੰਦਾ ਹੈ ਜੀ। ਕਹੋ ਨਾਨਕ ਗੁਰ ਪੂਰਾ ਪਾਇਆ। ਹੇ ਨਾਨਕ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਜੀ, ਤਾਂ ਤੇ ਬੋਹਰ ਨਾ ਵਿਆਪੈ ਮਾਇਆ। ਉਸ ਗੁਰੂ ਦੀ ਬਰਕਤ ਨਾਲ ਉਸ ਮਨੁੱਖ ਉੱਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਹੋਈ ਹੈ ਜੀ। ਰਾਖ ਲਿਆ ਗੁਰਪੂਰੈ ਆਪ। ਜਿਹੜਾ ਮਨੁੱਖ ਗੁਰੂ ਜੀ ਦੇ ਅਨੁਸਾਰ ਰਹਿੰਦਾ ਹੈ, ਪੂਰੇ ਗੁਰੂ ਜੀ ਨੇ ਆਪ ਉਸ ਨੂੰ ਸਦਾ ਕਾਮਾਦਾਇਕ ਵੈਰੀਆਂ ਤੋਂ ਬਚਾ ਲਿਆ ਹੈ ਜੀ। ਮਨਮੁਖ ਕੋ ਲਾਗੋ ਸੰਤਾਪ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹਨਾਂ ਦਾ ਸੇਕ ਲੱਗਦਾ ਹੀ ਰਹਿੰਦਾ ਹੈ ਜੀ। ਗੁਰੂ ਗੁਰੂ ਜਪ ਮੀਤ ਹਮਾਰੇ। ਹੇ ਮੇਰੇ ਮਿੱਤਰੋ, ਸਦਾ ਆਪਣੇ ਗੁਰੂ ਜੀ ਨੂੰ ਚੇਤੇ ਰੱਖੋ ਜੀ। ਮੁਖ ਊਜਲ ਹੋਵਹਿ ਦਰਬਾਰੇ। ਰਹਾਉ। ਗੁਰੂ ਜੀ ਦਾ ਉਪਦੇਸ਼ ਚੇਤੇ ਰੱਖਿਆਂ ਤੁਹਾਡੇ ਮੂੰਹ ਪਰਮਾਤਮਾ ਜੀ ਦੀ ਦਰਗਾਹ ਵਿੱਚ ਰੋਸ਼ਨ ਹੋਣਗੇ ਜੀ। ਗੁਰ ਕੇ ਚਰਨ ਹਿਰਦੈ ਵਸਾਏ। ਤੂੰ ਆਪਣੇ ਹਿਰਦੇ ਵਿੱਚ ਗੁਰੂ ਜੀ ਦੇ ਚਰਨ ਵਸਾਈ ਰੱਖ ਜੀ। ਦੁੱਖ ਦੁਸ਼ਮਨ ਤੇਰੀ ਹਤੈ ਬਲਾਏ। ਗੁਰੂ ਜੀ ਤੇਰੇ ਸਾਰੇ ਦੁੱਖ ਕਲੇਸ਼ ਨਾਸ਼ ਕਰੇਗਾ। ਕਾਮਾਦਾਇਕ ਤੇਰੇ ਸਾਰੇ ਵੈਰੀਆਂ ਨੂੰ ਮਾਰ ਮੁਕਾਏਗਾ। ਤੇਰੇ ਉੱਤੇ ਦਬਾਅ ਪਾਉਣ ਵਾਲੀਆਂ ਮਾਇਆ ਦੀਆਂ ਚੁੜੇਲਾਂ ਨੂੰ ਮੁਕਾ ਦੇਵੇਗਾ ਜੀ। ਗੁਰ ਕਾ ਸ਼ਬਦ ਤੇਰਾ ਸੰਗ ਸਹਾਈ। ਗੁਰੂ ਜੀ ਦਾ ਸ਼ਬਦ ਹੀ ਤੇਰੇ ਨਾਲ ਸਦਾ ਸਾਥ ਨਿਭਾਉਣ ਵਾਲਾ ਸਾਥੀ ਹੈ ਜੀ। ਦਿਆਲ ਭਏ ਸਗਲੇ ਜੀ ਭਾਈ। ਗੁਰੂ ਜੀ ਦਾ ਸ਼ਬਦ ਹਿਰਦੇ ਵਿੱਚ ਪਰੋ ਰੱਖਿਆਂ ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ ਜੀ। ਗੁਰਪੂਰੈ ਜਬ ਕਿਰਪਾ ਕਰੀ। ਜਦੋਂ ਪੂਰੇ ਗੁਰੂ ਜੀ ਨੇ ਮੇਰੇ ਉਤੇ ਮਿਹਰ ਕੀਤੀ ਜੀ। ਭੰਤ ਨਾਨਕ ਮੇਰੀ ਪੂਰੀ ਪਰੀ। ਨਾਨਕ ਆਖਦਾ ਹੈ ਤਾਂ ਮੇਰੀ ਜੀਵਨ ਕਾਲ ਸਫਲ ਹੋ ਗਈ। ਕਾਮਾਦਾਇਕ ਬੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਹੈ ਜੀ। ਅਨਿਕ ਰਸਾਂ ਖਾਏ ਜੈਸੇ ਢੋਰ। ਜਿਵੇਂ ਪਸ਼ੂ ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ ਜੀ। ਮੋਹ ਕੀ ਜੇਵਰੀ ਬਾਂਧਿਓ ਚੋਰ। ਤਿਵੇਂ ਸਾਧ ਸੰਗਤ ਤੋਂ ਵਾਂਝਿਆਂ ਰਹਿ ਕੇ ਆਤਮਿਕ ਮੌਤ ਮਰਿਆ ਹੋਇਆ ਮਨੁੱਖ ਅਨੇਕਾਂ ਸਵਾਦਲੇ ਪਦਾਰਥ ਖਾਂਦਾ ਰਹਿੰਦਾ ਹੈ ਤੇ ਸੰਨ ਤੋਂ ਫੜੇ ਹੋਏ ਚੋਰਾਂ ਵਾਂਗ ਮਾਇਆ ਦੇ ਮੋਹ ਦੀ ਰੱਸੀ ਨਾਲ ਹੋਰ ਵਧੀਕ ਜਕੜਿਆ ਜਾਂਦਾ ਹੈ ਜੀ। ਮਿਰਤਕ ਦੇਹ ਸਾਧ ਸੰਗ ਬਿਹੂਣਾ। ਜਿਹੜਾ ਮਨੁੱਖ ਸਾਧ ਸੰਗਤ ਤੋਂ ਵਾਂਝਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ, ਕਿਉਂਕਿ ਉਸ ਦੇ ਅੰਦਰ ਆਤਮਿਕ ਮੌਤੇ ਮਰੀ ਹੋਈ ਜਿੰਦ ਹੈ ਜੀ। ਆਵਤ ਜਾਤ ਜੂਨੀ ਦੁੱਖ ਖੀਨਾ। ਰਹਾਉ। ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਿਕ ਜੀਵਨ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ਜੀ। ਅਨਿਕ ਬਸਤਰ ਸੁੰਦਰ ਪਹਿਰਾਇਆ। ਆਤਮਿਕ ਮੌਤੇ ਮਰਿਆ ਮਨੁੱਖ ਅਨੇਕਾਂ ਸੋਹਣੇ ਕੱਪੜੇ ਪਹਿਨਦਾ ਹੈ। ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਰਹਿੰਦੇ ਹਨ ਜੀ। ਜਿਉਂ ਡਰਨਾ ਖੇਤ ਮਾਹੇ ਡਰਾਇਆ। ਸੋ ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ ਜਿਵੇਂ ਪੈਲੀ ਵਿੱਚ ਜਾਨਵਰਾਂ ਨੂੰ ਡਰਾਉਣ ਲਈ ਬਨੋਟੀ ਰਾਖਾ ਖੜਾ ਕੀਤਾ ਹੁੰਦਾ ਹੈ ਜੀ। ਸਗਲ ਸਰੀਰ ਆਵਤ ਸਭ ਕਾਮ। ਹੋਰ ਪਸ਼ੂ ਆਦਿਕਾਂ ਦੇ ਸਾਰੇ ਸਰੀਰ ਕਿਸੇ ਨਾ ਕਿਸੇ ਕੰਮ ਆ ਜਾਂਦੇ ਹਨ ਜੀ। ਨਿਹਪਲ ਮਾਨੁਖ
ਜਪੈ ਨਹੀਂ ਨਾਮ। ਜੇ ਮਨੁੱਖ ਪਰਮਾਤਮਾ ਜੀ ਦਾ ਨਾਮ ਨਹੀਂ ਜਪਦਾ ਤਾਂ ਇਸ ਦਾ ਜਗਤ ਵਿੱਚ ਆਉਣਾ ਵਿਅਰਥ ਹੀ ਜਾਂਦਾ ਹੈ ਜੀ। ਕਹੋ ਨਾਨਕ ਜਾਂ ਕੋ ਭੈ ਦਇਆਲਾ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਜੀ ਦਇਆਵਾਨ ਹੁੰਦਾ ਹੈ ਜੀ। ਸਾਧ ਸੰਗ ਮਿਲ ਭਜੇ ਗੋਪਾਲਾ। ਉਹ ਸਾਧ ਸੰਗਤ ਵਿੱਚ ਸਤ ਸੰਗੀਆਂ ਨਾਲ ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਜੀ ਦਾ ਭਜਨ ਕਰਦੇ ਹਨ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ।